ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਇਨਸਾਈਟਸ ਵਿਦ ਵਿਸ਼ਾਲ ਸੂਦ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਚਰਚਾ ਕਰਦੇ ਹਾਂ ਇੰਪੋਰਟੈਂਟ ਮੁੱਦਿਆਂ ਦੀ, ਕਰੰਟ ਅਫੇਅਰਸ ਦੀ ਤੇ ਉਹਨਾਂ ਖਬਰਾਂ ਦੀ ਜੋ ਜ਼ਰੂਰੀ ਨੇ। ਤੇ ਇਹਦੇ ਲਈ ਸਾਡੇ ਨਾਲ ਹਮੇਸ਼ਾ ਹੁੰਦੇ ਨੇ ਵਿਸ਼ਾਲ ਸੂਦ ਜੀ। ਵੈਲਕਮ ਸਰ। ਥੈਂਕ ਯੂ ਅਮਨ। ਸਰ, ਆਮ ਲੋਕਾਂ ਦੇ ਚਲਾਨ ਹੁੰਦੇ ਬਹੁਤ ਦਿਖੇ ਨੇ, ਲੋਕ ਡਰਦੇ ਵੀ ਹੈ ਚਲਾਨ ਦੇ ਨਾਮ ਤੋਂ ਹੀ। ਤੇ ਸੀਐਮ ਹਾਊਸ ਦਾ ਚਲਾਨ ਹੁੰਦਾ ਹੈ, ਪੰਜਾਬ ਦੇ ਸੀਐਮ ਹਾਊਸ ਦਾ ਚਲਾਨ ਹੋਇਆ, ਐਮਸੀ ਚੰਡੀਗੜ੍ਹ ਨੇ ਕੀਤਾ। ਆਈ ਥਿੰਕ ਇਟਸ ਅ ਵੈਰੀ, ਮੈਨੂੰ ਇਹਨੂੰ ਪੋਜ਼ਿਟਿਵਲੀ ਲੈਣਾ ਚਾਹੀਦਾ, ਸੀਐਮ ਹਾਊਸ ਨੂੰ ਵੀ ਪੋਜ਼ਿਟਿਵਲੀ ਲੈਣਾ ਚਾਹੀਦਾ। ਤੇ ਇੱਕ ਇਹ ਲੈਸਨ ਹੈ, ਇਟਸ ਵੈਰੀ ਐਂਬੈਰਸਿੰਗ ਕਿ ਬਈ ਸੀਐਮ ਹਾਊਸ ਦਾ ਚਲਾਨ ਹੋਵੇ। ਇੱਕ ਤਰੀਕੇ ਨਾਲ ਐਂਬੈਰਸਿੰਗ ਵੀ ਹੈ ਕਿਉਂਕਿ ਤੁਸੀਂ ਉੱਥੇ ਗੰਦ ਪਾ ਰਹੇ ਹੋ, ਤੁਹਾਡੇ ਆਫੀਸਰ ਬਾਹਰ ਆ ਕੇ ਰੋਜ਼ ਸਮਾਨ ਸੁੱਟਦੇ ਪਏ ਨੇ, ਕੰਪਲੇਨਸ ਹੋਈਆਂ ਨੇ। ਤੇ ਇੱਕ ਡੈਕੋਰਮ ਹੁੰਦਾ ਹੈ, when you are in public office you should lead by example. I'm not saying personally CM is responsible, but the officials, ਤੁਸੀਂ CM ਹਾਊਸ ਨੂੰ ਮੈਨੇਜ ਕਰ ਰਹੇ ਹੋ, ਤੁਸੀਂ ਕਿਵੇਂ ਕੂੜਾ ਬਾਹਰ ਸੁੱਟ ਸਕਦੇ ਹੋ? ਇਟ ਇਜ਼ ਅਨਇਮੈਜਿਨੇਬਲ। ਇਹ ਸਾਡੀ ਸਾਈਕੀ ਦੱਸਦਾ ਇੱਕ ਸਰਟਨ ਲੈਵਲ ਤੱਕ, ਸਾਡੀ ਓਵਰਆਲ ਫॉर द ਇੰਟਾਇਰ ਪੋਪੂਲੇਸ਼ਨ ਆਈ ਐਮ ਸੇਇੰਗ ਕਿ ਅਸੀਂ ਘਰ ਦੇ ਬਾਹਰ ਕੂੜਾ ਪਾਉਣ ਵੇਲੇ ਪਬਲਿਕ ਪਲੇਸਿਸ ਦੀ ਕਿੰਨੀ ਕੁ ਕਦਰ ਕਰਦੇ ਹਾਂ ਜੀ, ਰਾਈਟ। ਤੇ ਜੇ ਮਿਊਨਿਸਪਲ ਕਾਰਪੋਰੇਸ਼ਨ ਨੇ ਵੀ ਚੰਗਾ ਸਟੈਪ ਲਿੱਤਾ ਹੈ, ਬਟ ਐਟ ਦ ਸੇਮ ਟਾਈਮ ਆਈ ਥਿੰਕ ਪਬਲਿਕ ਫਿਗਰਸ, ਐਨੀਵਨ ਹੂ ਇਜ਼ ਐਟ ਐਨੀ ਪੋਜੀਸ਼ਨ, ਤੁਸੀਂ ਕਲਾਸਰੂਮ 'ਚ ਟੀਚਰ ਹੋ, ਰਾਈਟ, ਤੁਸੀਂ ਕਿਸੇ ਦੇ ਬੌਸ ਹੋ, ਤੁਸੀਂ ਪੇਰੈਂਟ ਹੋ, ਰਾਈਟ, ਆਲ ਆਫ ਯੂ ਸ਼ੁੱਡ ਸੈਟ ਐਗਜ਼ਾਮਪਲਸ ਕਿ ਬਈ ਸਾਨੂੰ ਲੋਕੀ ਵੇਖਦੇ ਨੇ, ਜਿਹਨੂੰ ਇੱਕ ਵੀ ਬੰਦਾ ਵੇਖਦਾ ਪਿਆ ਉਹ ਬ੍ਰਾਂਡ ਅੰਬੈਸਡਰ ਬਣ ਜਾਂਦਾ ਹੈ, ਆਪਣੇ ਦੇਸ਼ ਦਾ, ਆਪਣੀ ਸੁਸਾਇਟੀ ਦਾ, ਉਸ ਕੈਟੇਗਰੀ ਦੇ ਲੋਕਾਂ ਦਾ, ਉਸ ਪ੍ਰੋਫੈਸ਼ਨ ਦੇ ਲੋਕਾਂ ਦਾ। ਉਹਨਾਂ ਨੂੰ ਸਹੀ ਐਗਜ਼ਾਮਪਲ ਸੈੱਟ ਕਰਨੇ ਚਾਹੀਦੇ ਆ। ਆਪਾਂ ਫੋਰਨ ਕੰਟਰੀਜ਼ ਜਾਂਦੇ, ਕਿੰਨੇ ਖੁਸ਼ ਹੁੰਦੇ, ਕਿੰਨੀ ਸਫਾਈ ਆ। ਇੱਥੇ ਗੰਦ ਅਸੀਂ ਆਪ ਹੀ ਪਾਇਆ ਹੁੰਦਾ, ਬਿਲਕੁਲ ਠੀਕ ਹੈ ਨਾ। ਇਨਫਰਾਸਟ੍ਰਕਚਰ ਗਵਰਨਮੈਂਟ ਨੇ ਇੰਨੀ ਇਨੀਸ਼ੀਏਟਿਵ ਲਿੱਤੇ, ਸਵੱਛ ਭਾਰਤ ਅਭਿਆਨ ਜੀ, ਮੋਦੀ ਸਾਹਿਬ ਵੀ ਬੋਲ ਬੋਲ ਕੇ ਥੱਕ ਗਏ, ਕੁਝ ਚੇਂਜਸ ਆਈਆਂ ਉਹਦੇ ਨਾਲ, ਬਟ ਐਟ ਦੀ ਐਂਡ ਆਫ ਦਿਸ ਸਾਨੂੰ ਇਨਕਲਕੇਟ ਕਰਨਾ ਪਏਗਾ। ਸਾਨੂੰ ਕਈ ਸਦੀਆਂ ਤੋਂ ਨਾ ਸਮਹਾਓ ਜਿਹੜਾ ਸਾਡਾ ਇੱਕ ਮਾਈਂਡਸੈਟ ਬਣ ਗਿਆ ਸੀ। ਪਹਿਲਾਂ ਜੇ ਤੁਸੀਂ ਕਈ 100 ਸਾਲ ਪਹਿਲਾਂ ਵੇਖੋ, ਇੰਡੀਆ ਵਾਜ਼ ਅ ਵੈਰੀ ਕਲੀਨ ਪਲੇਸ, ਰਿਲੇਟਿਵਲੀ ਲੋਟ ਮੋਰ ਹਾਈਜੀਨਿਕ ਦੈਨ ਯੂਰਪੀਅਨ ਕੰਟਰੀਜ਼ ਆਲਸੋ। ਉਹ ਵੀ ਗੰਦ ਦਾ ਢੇਰ ਹੁੰਦੀਆਂ ਸੀ, ਬਟ ਦੇ ਹੈਵ ਲਰਨਡ ਕਿ ਸਫਾਈ ਕਿੰਨੀ ਜ਼ਰੂਰੀ ਹੈ। ਸਾਡੇ ਤੇ ਗ੍ਰੰਥਾਂ 'ਚ ਲਿਖਿਆ ਹੈ ਕਿ ਕਲੀਨਲੀਨੈਸ ਇਜ਼ ਇਕੁਅਲ ਟੂ ਗੋਡਲੀਨੈਸ, ਕਿ ਬਈ ਰੱਬ, ਸਵੱਛਤਾ ਦੇ ਨਾਲ ਹੀ ਰੱਬ ਹੈਗਾ, ਬਿਲਕੁਲ। ਤੇ ਮੈਨੂੰ ਲੱਗਦਾ ਜੇ ਸਫਾਈ ਰੱਖੀ ਜਾਵੇ, ਇਹੋ ਜਿਹੇ ਐਗਜ਼ਾਮਪਲ ਅਸੀਂ ਨਾ ਲਈਏ, ਕੀ ਲੋਕੀ ਸੋਚਣਗੇ। ਚੰਗਾ ਚਲਾਨ ਕੱਟਿਆ ਗਿਆ, ਬਟ ਨਾਓ ਦ ਐਗਜ਼ਾਮਪਲ ਸ਼ੁੱਡ ਬੀ ਪ੍ਰੋਐਕਟਿਵਲੀ, ਆਲ ਦੀ ਮਿਨਿਸਟਰਸ, ਆਲ ਦੀ ਲੀਡਰਸ, ਕਿ ਵੇਖਣ ਕਿ ਆਪਣੇ ਆਸ-ਪਾਸ ਨੂੰ ਸਫਾਈ ਰੱਖਦੇ ਨੇ, ਉੱਥੇ ਗੰਦ ਨਹੀਂ ਸੁੱਟਦੇ। ਜੇ ਇਹੋ ਜਿਹੇ ਐਗਜ਼ਾਮਪਲ ਸੈੱਟ ਕਰਨਗੇ, ਮੈਨੂੰ ਲੱਗਦਾ ਕਿ ਯੰਗਸਟਰਸ ਵਿਲ ਫੋਲੋ ਦੈਮ। ਇਹੋ ਜਿਹੀਆਂ ਐਗਜ਼ਾਮਪਲ ਸੈੱਟ ਕਰਨ। ਸਫਾਈ ਬਹੁਤ ਜ਼ਰੂਰੀ ਹੈ, ਇੱਕ ਪੋਜ਼ਿਟਿਵ ਫੀਲਿੰਗ ਆਉਂਦੀ ਹੈ, ਚਲੋ ਬਿਮਾਰੀ ਤੋਂ ਬਚਾਉਂਦੀ ਹੈ, ਸਾਨੂੰ ਪਤਾ ਹੈ, ਠੀਕ ਹੈ ਨਾ, ਵੈਸੇ ਹੀ। ਬਟ ਇੱਕ ਜਿਹੜੀ ਪੋਜ਼ਿਟਿਵ ਔਰਾ ਕ੍ਰੀਏਟ ਕਰਦੀ ਨਾ ਤੁਹਾਡੇ ਉਸ এনवायरमेंट 'ਚ, ਤੁਹਾਡੀ ਕੰਟਰੀ 'ਚ ਕੋਈ ਆਇਆ, ਬਿਜ਼ਨਸ ਕਰਨ ਆਇਆ, ਰਾਈਟ, ਵੱਡੇ ਵੱਡੇ ਬਿਜ਼ਨਸਮੈਨ ਆ ਸਕਦੇ ਸੀਐਮ ਹਾਊਸ, ਉਹ ਕਹਿਣਗੇ ਜੀ, ਉਹਨਾਂ ਨੂੰ ਬੁਲਾਇਆ ਜਾ ਸਕਦਾ ਜੀ, ਤੁਸੀਂ ਇਨਵੈਸਟਮੈਂਟ ਕਰਨੀ, ਉਹ ਆ ਕੇ ਵੇਖਣ ਜੀ ਬੂਹੇ ਦੇ ਬਾਹਰ ਕੂੜਾ ਪਿਆ, ਵਟ ਕਾਈਂਡ ਆਫ ਸਬਕੌਂਸ਼ੀਅਸਲੀ ਉਹਨਾਂ ਦੇ ਨਾ ਮਾਈਂਡਸੈਟ ਚੇਂਜ ਹੋ ਜਾਂਦੇ ਆ, ਉਹ ਸਾਡੇ ਬਾਰੇ ਕੁਝ ਸੋਚਣ ਲੱਗ ਪੈਂਦੇ ਨੇ। ਸੋ ਬੇਸਿਕਲੀ ਵੀ ਆਲ ਆਰ ਬ੍ਰਾਂਡ ਅੰਬੈਸਡਰਸ ਆਫ ਆਰ ਕੰਟਰੀਜ਼, ਆਫ ਆਰ ਸੁਸਾਇਟੀਜ਼, ਆਫ ਆਰ ਫੈਮਲੀਜ਼। ਜੇ ਅਸੀਂ ਇਹ ਸੋਚਾਂਗੇ ਨਾ ਕਿ ਸਾਡੇ ਐਕਸ਼ਨ ਸਾਡੇ ਪਰਿਵਾਰ ਦਾ, ਸਾਡੀ ਸੁਸਾਇਟੀ ਦਾ, ਸਾਡੀ ਸਟੇਟ ਦਾ, ਸਾਡੇ ਦੇਸ਼ ਦਾ ਨਾਮ ਕਿਵੇਂ ਖਰਾਬ ਕਰਦੇ ਨੇ, ਆਪਣੇ ਆਪ ਸਾਡੇ ਥਾਟ ਕੌਨਸ਼ੀਅਸ ਹੋ ਜਾਣਗੇ। ਅਸੀਂ ਕੌਨਸ਼ੀਅਸ ਹੋ ਜਾਵਾਂਗੇ, ਯਾਰ ਨਹੀਂ, ਸਿਰਫ ਆਪਣੇ ਲਈ ਨਹੀਂ ਹੈ। ਜਦੋਂ ਸਿਰਫ ਆਪਣੇ ਲਈ ਸੋਚਾਂਗੇ, ਸਾਨੂੰ ਇਹ ਕਰਤਾ, ਬਟ ਵੀ ਸ਼ੁੱਡ ਨੋ ਵਟ ਵੀ ਸਟੈਂਡ ਫॉर। ਅਸੀਂ ਆਪਣੇ ਪੁਰਖਾਂ ਲਈ ਸਟੈਂਡ ਕਰਦੇ ਹਾਂ, ਅਸੀਂ ਆਪਣੀ ਕਮਿਊਨਿਟੀ ਲਈ ਸਟੈਂਡ ਕਰਦੇ ਹਾਂ, ਅਸੀਂ ਆਪਣੇ ਏਰੀਏ ਲਈ ਸਟੈਂਡ ਕਰਦੇ ਹਾਂ। ਤੇ ਜਦੋਂ ਬਾਹਰ ਜਾਂਦੇ ਹਾਂ, ਅਸੀਂ ਆਪਣੀ ਕੰਟਰੀ ਲਈ ਸਟੈਂਡ ਕਰਦੇ ਹਾਂ। ਤੇ ਸਾਡਾ ਬਿਹੇਵੀਅਰ ਉਹੋ ਜਿਹਾ ਹੋਣਾ ਚਾਹੀਦਾ ਕੌਨਸ਼ੀਅਸ, ਕਿ ਯਾਰ ਮੈਂ ਇੰਡੀਆ ਨੂੰ ਇੱਥੇ ਰਿਫਲੈਕਟ ਕਰਦਾ ਪਿਆ, ਹੈ ਨਾ। ਤੇ ਮੇਰਾ ਬਿਹੇਵੀਅਰ ਜੈਨਰਸ ਹੋਵੇ, ਫੇਅਰ ਹੋਵੇ, ਅਪਰਾਈਟ ਹੋਵੇ, ਹਾਈਜੀਨਿਕ ਹੋਵੇ। ਤੇ ਆਪਣੇ ਆਪ ਲੋਕੀ ਸਾਡੇ ਦੇਸ਼ ਦੀ ਵਜ੍ਹਾ ਉਹ ਕਹਿਣਗੇ, ਜਦੋਂ ਇੰਡੀਅਨਸ ਆਉਂਦੇ ਨੇ ਉਹਨਾਂ ਨੂੰ ਮਿਲ ਕੇ ਐਕਸਪੀਰੀਅੰਸ ਹੀ ਵਧੀਆ ਹੁੰਦਾ। ਜੇ ਉਹ ਕਹਿਣ ਜੀ ਆ ਕੇ ਗਾਂਧੀ ਪਾ ਕੇ ਚੱਲ ਜਾਂਦੇ ਆ, ਰਾਈਟ, ਬਾਹਰ ਦਾ ਇੱਥੇ ਆਵੇ, ਉਹ ਵੇਖੇ ਜੀ ਅਸੀਂ ਗੰਦ ਪਾਇਆ, what will they say? So I think this is something, it is something very very important ਕਿ ਆਪਾਂ ਆਪਣੇ ਆਪ ਨੂੰ ਕੌਨਸ਼ੀਅਸ ਕਰੀਏ ਇਸ ਸਾਰੇ ਬਿਹੇਵੀਅਰ ਬਾਰੇ। ਐਮਸੀ ਚੰਡੀਗੜ੍ਹ ਨੇ ਤਾਂ ਚੰਗਾ ਮੈਸੇਜ ਦਿੱਤਾ ਹੈ, ਪਰ ਜੇ ਪੰਜਾਬ ਦੀ ਟੈਰੀਟਰੀ ਦੇ ਵਿੱਚ ਵੀ ਜਿੰਨੇ ਵੀ ਆਫਿਸਿਸ ਨੇ, ਸਰਕਾਰੀ ਕਲੋਨੀਜ਼ ਨੇ, ਉੱਥੇ ਵੀ ਜੇ ਕੈਂਪੇਨ ਚਲਾਇਆ ਜਾਵੇ ਕਿ ਸਰਕਾਰੀ ਐਮਸੀਜ਼ ਹੀ ਉਹਨਾਂ ਦੇ ਚਲਾਨ ਕਰਨ, ਚਾਹੇ ਸਰਕਾਰੀ ਦਫ਼ਤਰਾਂ ਤੋਂ ਸ਼ੁਰੂਆਤ ਕੀਤੀ ਜਾਵੇ, that won't be a bad idea। ਪਰ ਇਸ ਤੋਂ ਚੰਗਾ ਉਹ ਨਹੀਂ ਹੈ ਕਿ ਬਈ ਇਹ ਮੈਸੇਜ ਇਸ ਤਰ੍ਹਾਂ ਕੀਤਾ ਜਾਵੇ ਕਿ ਬਈ ਹੁਣ ਤੁਸੀਂ 4 ਦਿਨਾਂ 'ਚ ਆਪਣੇ ਆਪ ਨੂੰ ਬਿਲਕੁਲ ਕਲੀਨ ਕਰ ਲਓ ਜੀ, ਉਹ ਬੈਟਰ ਮੈਸੇਜ ਹੈ। ਚਲਾਨ ਕਿਉਂ ਕੱਟਣੇ? ਤੁਸੀਂ ਜੇ ਸੋਚ ਹੀ ਇਹ ਬਣਾ ਲਓ ਕਿ ਯਾਰ ਇਟ ਰਿਫਲੈਕਟਸ ਔਨ ਮੀ। ਕੋਈ ਬੰਦਾ ਮੇਰੇ ਦਫ਼ਤਰ ਆਉਂਦਾ ਨਾ, ਉਹ ਇੱਥੇ ਸਾਡੇ ਹਿੰਦੁਸਤਾਨ 'ਚ ਪ੍ਰੋਬਲਮ ਦੱਸਿਆ ਕੀ ਹੈ, ਵੀ ਟੇਕ ਆਰਸੈਲਫ ਵੈਰੀ ਸੀਰੀਅਸਲੀ, ਬਟ ਵੀ ਡੋਂਟ ਟੇਕ ਆਰ ਵਰਕ ਸੀਰੀਅਸਲੀ, ਵੀ ਡੋਂਟ ਟੇਕ ਆਰ এনवायरमेंट ਸੀਰੀਅਸਲੀ। ਸਾਨੂੰ ਸਾਰੇ ਲੋਕੀ ਵਧੀਆ ਸਮਝਣ, ਕੰਮ ਅਸੀਂ ਭਾਵੇਂ ਮਾੜੇ ਕਰਦੇ ਰਹੀਏ, ਬਿਲਕੁਲ, ਕਿਵੇਂ ਤੁਹਾਨੂੰ ਵਧੀਆ ਸਮਝ ਲੈਣਗੇ? ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਕੰਮ ਨੂੰ ਸੀਰੀਅਸਲੀ ਲੈਣਾ, ਠੀਕ ਹੈ ਨਾ। ਆਪਣੇ ਆਪ ਲੋਕੀ ਤੁਹਾਨੂੰ ਸੀਰੀਅਸਲੀ ਲੈਣਗੇ ਜੀ, ਠੀਕ ਹੈ ਨਾ। ਤਾਂ ਇਹ ਥਾਟ ਪ੍ਰੋਸੈਸ ਹੋਣਾ ਚਾਹੀਦਾ ਸਾਡੇ ਅਫਸਰਾਂ ਦਾ, ਹਰ ਇੰਪਲੋਈ ਦਾ, ਹਰ ਇੰਡੀਵਿਜੂਅਲ ਦਾ, ਈਵਨ ਯੰਗਸਟਰਸ ਦਾ। ਜੀ ਬਿਲਕੁਲ।
ਸਰ ਯੂਪੀ ਦੇ ਵਿੱਚ ਇੱਕ ਸਕੂਲ ਦੇ ਵਿੱਚ ਸਿੱਖ ਬੱਚਿਆਂ ਨੂੰ ਪੱਗ ਬੰਨਣ ਤੋਂ ਤੇ ਕਿਰਪਾਨ ਕੈਰੀ ਕਰਨ ਤੋਂ ਰੋਕਿਆ ਗਿਆ ਤੇ ਐਸਜੀਪੀਸੀ ਨੇ ਇਤਰਾਜ਼ ਜਤਾਇਆ ਇਹਦੇ ਤੇ। ਦੇਖੋ ਕਈ ਐਸਜੀਪੀਸੀ ਦਾ ਇਤਰਾਜ਼ ਬਿਲਕੁਲ ਹੀ ਜਾਇਜ਼ ਹੈ। ਸਭ ਤੋਂ ਪਹਿਲਾਂ ਤੇ ਸਾਨੂੰ ਉਸ ਸਕੂਲ ਨੂੰ ਇਹ ਚੀਜ਼ ਦੀ ਇੱਕ ਮੈਸੇਜ ਜਾਣਾ ਚਾਹੀਦਾ ਕਿ ਕਿੰਨਾ ਇੰਪੋਰਟੈਂਟ ਹੈ ਸਾਡੇ ਲਈ ਕਿ ਸਾਡੇ ਸਿੱਖ ਭਰਾ ਜਦੋਂ ਪੱਗ ਪਾਉਂਦੇ ਨੇ ਕਿਰਪਾਨ ਰੱਖਦੇ ਨੇ ਹਾਊ ਇੰਪੋਰਟੈਂਟ ਇਟ ਇਜ਼ ਕਲਚਰਲੀ ਵਟ ਇਟ ਮੀਨਸ ਫॉर them ਜੀ ਰਾਈਟ। ਪਹਿਲਾਂ ਉਹ ਕੌਨਸ਼ੀਅਸਨੈਸ rather than making it sound like ਕਿ ਇਹ ਕੋਈ ਬਹੁਤ ਹੀ ਵੱਡੀ ਕੋਈ ਕਨਸਪੀਰੇਸੀ ਹੈ। ਸਮਟਾਈਮਸ ਯੂ ਮੀਟ ignorant people ਜੀ as simple as that। ਉਸ ignorant ਬੰਦੇ ਨੂੰ ਸਮਝਾਓ ਕਿ ਭਰਾ ਇਹ ਕਲਚਰਲੀ ਕਿੰਨੀ ਇੰਪੋਰਟੈਂਟ ਚੀਜ਼ ਹੈ, what it stands for, what are its values, you know, what Sikh community means to entire India। ਜੀ ਠੀਕ ਹੈ ਨਾ, ਇਹ ਗੱਲ ਕਰਨ ਵਾਲੀ ਲੋੜ ਹੈ ਤਾਂ ਆਈ ਐਮ ਸ਼ੋਰ ਦੇ ਵਿਲ ਆਲਸੋ ਅੰਡਰਸਟੈਂਡ ਰਾਈਟ। ਇਫ ਦੇ ਵਿਲ ਨਾਟ ਅੰਡਰਸਟੈਂਡ देयर ਸੀਨੀਅਰ ਵਿਲ ਅੰਡਰਸਟੈਂਡ। ਬਿਲਕੁਲ ਠੀਕ ਹੈ ਨਾ। ਤਾਂ ਸੋ ਯੂ نو ਵਟ ਇਜ਼ ਕਲਚਰਲੀ ਇੰਪੋਰਟੈਂਟ ਵੀ ਸ਼ੁੱਡ ਆਲ ਯੂ نو ਸਾਡੇ ਜਿਹੜੇ ਪੁਰਖਿਆਂ ਦੀ ਜੋ ਸਾਡੇ ਕਲਚਰ ਮਿਲੇ ਨੇ ਵੀ ਸ਼ੁੱਡ ਵੇਅਰ ਇਟ ਪ੍ਰਾਊਡਲੀ ਜੀ right, and we should be allowed to do it as long as it is not harming anyone, it is not putting anyone, it should be allowed। ਜੀ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ ਯੂ نو ਕੋਈ ਸੀਰੀਅਸ ਮੁੱਦਾ ਬਣੇਗੀ ਕਿਉਂਕਿ ਪੂਰੇ ਇੰਡੀਆ 'ਚ ਲੋਕੀ ਜਾਣਦੇ ਨੇ ਕਿ ਹਾਊ ਯੂ نو ਹਾਊ ਇੰਪੋਰਟੈਂਟ ਵੇਅਰਿੰਗ ਅ ਟਰਬਨ ਜਾਂ ਆਪਣੀ ਕਿਰਪਾਨ ਆਪਣੇ ਕੋਲ ਰੱਖਣਾ ਜਿਨ੍ਹਾਂ ਨੇ ਵੀ ਅੰਮ੍ਰਿਤ ਛਕਿਆ ਹੈ ਉਹਨਾਂ ਸਿੱਖਾਂ ਲਈ ਕਿੰਨਾ ਜ਼ਰੂਰੀ ਹੈ। ਤੇ ਆਈ ਐਮ ਸ਼ੋਰ ਪ੍ਰੋਬਲਮ ਵੁੱਡ ਹੈਵ ਬੀਨ ਸੌਰਟਡ। ਤੇ ਆਫ ਕੋਰਸ ਐਸਜੀਪੀਸੀ ਦਾ ਕੰਮ ਹੈ ਕਿ ਸਿੱਖਾਂ ਦੇ ਜੋ ਵੀ ਯੂ نو ਟ੍ਰੈਡੀਸ਼ਨਲ ਵੈਲਿਊਜ਼ ਨੇ ਰਿਲੀਜੀਅਸ ਵੈਲਿਊਜ਼ ਨੇ ਉਹਨਾਂ ਨੂੰ ਪ੍ਰੋਟੈਕਟ ਕਰਨਾ, ਉਹ ਕੁਐਸਚਨਸ ਰੇਜ਼ ਕਰਨਾ, ਬਟ ਇਟ ਇਜ਼ ਮੋਰ ਆਫ ਇਗਨੋਰੈਂਸ ਜੀ rather than anything you know more evil or you know more कोई षड्यंत्र नहीं है। it is more of an ignorance of couple of people या stupidity of couple of people। ਡਾਇਵਰਸਿਟੀ ਨੂੰ ਬਣਾਏ ਰੱਖਣ ਲਈ ਸਰਕਾਰ ਨੂੰ ਵੀ ਕੋਈ ਕਦਮ ਚੱਕਣੇ ਚਾਹੀਦੇ, ਕੋਈ ਦਿਸ਼ਾ ਨਿਰਦੇਸ਼ ਦੇਣੇ ਚਾਹੀਦੇ ਬਾਕੀ ਲੋਕਾਂ ਨੂੰ ਵੀ। देखो सरकार दे रही है कि we are one right, everyone should be allowed to you know basically inculcate their own religious values। they should be able to celebrate their uniqueness, their heritage, their culture, their religious values। everyone should be allowed to do that। ਇਹ ਗੱਲ ਤੇ ਹੋ ਹੀ ਰਹੀ ਹੈ ਜੀ right। ਇਹ again you have to see ਕਿ in a population you will always find ਜਿਹਨੇ ਲੋਕਾਂ ਦੇ ਮਾਈਂਡ ਕਲੋਜ਼ ਨੇ, ਤੁਸੀਂ ਇਹਨਾਂ ਨੂੰ ਨਹੀਂ ਰੋਕ ਸਕਦੇ। ਤੁਸੀਂ ਉਸ ਤੋਂ ਬਾਅਦ ਪ੍ਰੋਪਰ ਉਹਨਾਂ ਦੀ ਟ੍ਰੀਟਮੈਂਟ ਦੇ ਸ਼ੁੱਡ ਬੀ ਸ਼ੋਨ ਕਿ ਬਈ ਯੂ ਆਰ ਨਾਟ ਬੀਇੰਗ ਰਾਈਟ। ਉਹਨਾਂ ਨੂੰ ਕੋਈ ਹੱਲਾਸ਼ੇਰੀ ਨਹੀਂ ਮਿਲਣੀ ਚਾਹੀਦੀ ਬਲਕਿ ਉਹਨਾਂ ਨੂੰ ਡਿਸਕਰੇਜ ਐਕਟਿਵਲੀ ਕਰਨਾ ਚਾਹੀਦਾ। ਪਰ ਵਰਲਡ ਇਜ਼ ਫੁੱਲ ਆਫ ਇਡੀਅਟਸ, ਵਾਟ ਕੈਨ ਯੂ ਡੂ। ਤੁਹਾਨੂੰ ਕੋਈ ਨਾ ਕੋਈ ਬੇਵਕੂਫ ਬੰਦਾ ਮਿਲੇਗਾ ਜਿਹਦੀ ਸੋਚ ਸੰਕਰੀਨ ਹੈ, ਉਹਦੇ ਪਤਾ ਨਹੀਂ ਕੀ ਉਹਨੇ ਸਿੱਖਿਆ ਆਪਣੀ ਲਾਈਫ 'ਚ, ਕੀ ਉਹਦੀ ਵੈਲਿਊਜ਼ ਨੇ, ਉਹਨੂੰ ਲੱਗਦਾ ਕਿ ਬਈ ਸਿਰਫ ਮੈਂ ਹੀ ਸਹੀ ਹਾਂ। ਜੀ ਇਹੋ ਜਿਹੇ ਲੋਕੀ ਦੁਨੀਆ 'ਚੋਂ ਕਦੀ ਖਤਮ ਨਹੀਂ ਹੋਣੇ। ਠੀਕ ਹੈ ਨਾ। ਬਟ ਇਹਨਾਂ ਨੂੰ ਹੈਂਡਲ ਕਰਨ ਦਾ ਤਰੀਕਾ ਇਹ ਬੈਟਰ ਹੈ ਕਿ ਉਹਨੂੰ ਉਹਦੀ ਇਗਨੋਰੈਂਸ ਹੀ ਸਮਝਿਆ ਜਾਵੇ ਰਾਈਟ। ਜੇ ਤੁਸੀਂ ਉਸ ਚੀਜ਼ ਨੂੰ ਵਧਾਓਗੇ, ਉਹ ਇਨਕਰੇਜ ਕਰਦੀ ਆ ਕਿ ਬਈ ਇਹਦਾ ਮਤਲਬ ਹੈ ਕਿ ਜਿਹੜਾ ਵੀ ਪਪੂਲੈਰਿਟੀ ਚਾਹੁੰਦਾ ਸ਼ਾਰਟ ਟਰਮ 'ਚ ਜਾਂ ਕਿਸੇ ਵੀ ਤਰੀਕੇ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਨਿਊਸੈਂਸ ਵੈਲਿਊ ਕ੍ਰੀਏਟ ਕਰਨਾ ਚਾਹੁੰਦਾ ਐਜ਼ ਅ ਪੋਲੀਟੀਕਲ ਐਂਟੀਟੀ, ਉਹ ਫਿਰ ਇਹੋ ਜਿਹੀਆਂ ਚੀਜ਼ਾਂ ਕਰਨਗੇ। ਇਸ ਚੀਜ਼ ਨੂੰ ਉਸਤੇ ਕਿ ਬਈ ਇੱਕ ਬੰਦੇ ਦੀ ਇਗਨੋਰੈਂਸ ਹੈ। ਤੁਸੀਂ ਇਮੈਜਿਨ ਕਰੋ ਕਿ ਜੇ ਯੂ نو ਅੱਜ ਗੁਰੂ ਨਾਨਕ ਦੇਵ ਜੀ ਹੁੰਦੇ ਰਾਈਟ, ਜਾਂ ਗੁਰੂ ਗੋਬਿੰਦ ਸਿੰਘ ਜੀ ਹੁੰਦੇ, ਜਾਂ ਕੋਈ ਵੀ ਯੂ نو ਸਾਡੇ ਗੁਰੂ ਪਾਤਸ਼ਾਹ ਹੁੰਦੇ, ਤੇ ਉਹ ਇਸ ਚੀਜ਼ ਨੂੰ ਕਿਵੇਂ ਹੈਂਡਲ ਕਰਦੇ ਹੈ ਨਾ। ਉਸ ਬੰਦੇ ਦੀ ਇਗਨੋਰੈਂਸ, ਉਹਨੂੰ ਵੀ ਆਸ਼ੀਰਵਾਦ ਦਿੰਦੇ ਤੇ ਉਹਨੂੰ ਵੀ ਕੋਈ ਗੱਲ ਸਮਝਾਉਂਦੇ ਜੀ। ਠੀਕ ਹੈ ਨਾ। ਤੇ ਇਹ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਜਿੱਥੇ ਸਾਰੇ ਚੋਰ ਡਾਕੂ ਬਦਮਾਸ਼ ਲੋਕੀ ਰਹਿੰਦੇ ਸੀ ਕਿ ਇਹ ਪਿੰਡ ਵਸਿਆ ਰਵੇ ਜੀ, ਹੈ ਨਾ। ਇਹ ਤੇ ਸਟੋਰੀ ਆਪਾਂ ਸਾਰੇ ਜਾਣਦੇ ਹਾਂ ਬਿਲਕੁਲ। ਤੇ ਮੈਨੂੰ ਇਹ ਲੱਗਦਾ ਕਿ ਲੋਕਾਂ ਦੀ ਇਗਨੋਰੈਂਸ ਨੂੰ ਪੂਰੀ ਸੁਸਾਇਟੀ ਦਾ ਯੂ نو ਮਾਪਦੰਡ ਨਹੀਂ ਬਣਾ ਲੈਣਾ ਚਾਹੀਦਾ। ਹਰ ਸੁਸਾਇਟੀ 'ਚ, ਹਰ ਕਲਚਰ 'ਚ, ਹਰ ਰਿਲੀਜਨ 'ਚ ਤੁਹਾਨੂੰ ਲੋਕੀ ਮਿਲਣਗੇ ਜਿਨ੍ਹਾਂ ਦੀ ਸੋਚ ਸੰਕਰੀਨ ਹੈ ਰਾਈਟ, ਜਿਹੜੇ ਯੂ نو ਧਾਰਮਿਕ ਰੂਪ ਦੇ ਉੱਤੇ ਯੂ نو ਮੈਚਿਓਰ ਨਹੀਂ ਨੇ। ਉਹਨਾਂ ਨੂੰ ਇਹ ਲੱਗਦਾ ਕਿ ਬਈ ਕੋਈ ਲੜਾਈ ਚੱਲਦੀ ਪਈ ਹੈ। ਉਹ ਸੋਚ ਦੇ ਲੋਕਾਂ ਨੂੰ ਮਾਈਨੋਰਿਟੀ 'ਚ ਹੀ ਰਹਿਣ ਦਿਓ। ਉਹਨਾਂ ਦੀ ਗੱਲ ਨੂੰ ਜ਼ਿਆਦਾ ਤੁਸੀਂ ਸੀਰੀਅਸਲੀ ਲਓਗੇ ਤੇ ਹੋਏਗਾ ਕਿ ਤੁਹਾਨੂੰ ਇਹ ਲੱਗੇਗਾ ਕਿ ਬਈ ਸ਼ਾਇਦ ਕਮਿਊਨਿਟੀਜ਼ ਦਾ ਆਪਸ ਦੇ ਵਿੱਚ ਕੋਈ ਵੈਰ ਹੈ, ਜਦਕਿ ਇਹੋ ਜਿਹੀ ਕੋਈ ਚੀਜ਼ ਹੁੰਦੀ ਨਹੀਂ ਜੀ। ਮਾਈਨੋਰਿਟੀ ਧਰਮ ਦੇ ਆਧਾਰ ਤੇ ਨਹੀਂ, ਸੋਚ ਦੇ ਆਧਾਰ ਤੇ ਸਾਨੂੰ ਡਿਸਾਈਡ ਕਰਨੀ ਪਊਗੀ। ਦੇਖੋ ਪਹਿਲੀ ਗੱਲ ਹੈ ਕਿ ਆਪਾਂ ਨੂੰ ਮਿਨੋਰਿਟੀ ਮੈਜੋਰਿਟੀ 'ਚ ਡਿਵਾਈਡ ਹੀ ਨਹੀਂ ਕਰਨਾ ਚਾਹੀਦਾ। ਦੇਰ ਵਿਲ ਬੀ ਸਮ ਪੀਪਲ ਜਿਨ੍ਹਾਂ ਦੀ ਸੋਚ ਖਰਾਬ ਹੁੰਦੀ ਹੈ, ਬਸ ਉਹਨੂੰ ਉੱਥੇ ਛੱਡ ਦਿਓ, ਉਹਨੂੰ ਫਿਰ ਮਿਨੋਰਿਟੀ ਮੈਜੋਰਿਟੀ 'ਚ ਤੁਸੀਂ ਲੈ ਕੇ ਹੀ ਨਾ ਜਾਓ ਜੀ। ਸਰ ਐਮਐਸਪੀ ਨੂੰ ਲੈ ਕੇ ਪੰਜਾਬ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਰੌਲਾ ਚੱਲ ਰਿਹਾ ਸੀ ਤੇ ਐਮਐਸਪੀ ਪੈਨਲ ਜੋ ਭਾਰਤ ਸਰਕਾਰ ਦੁਆਰਾ ਬਣਾਇਆ ਗਿਆ ਉਹਦੇ ਵਿੱਚ ਪੰਜਾਬ ਦਾ ਕੋਈ ਵੀ ਲੀਡਰ ਨਹੀਂ ਹੈ ਸ਼ਾਮਿਲ, ਪੰਜਾਬ ਦੇ ਕਿਸਾਨ ਨਹੀਂ ਹੈ ਸ਼ਾਮਿਲ। ਇਹ ਗੱਲ ਲਗਾਤਾਰ ਚੱਕੀ ਜਾ ਰਹੀ ਸੀ। ਅੱਜ ਸੀਐਮ ਭਗਵੰਤ ਮਾਨ ਨੇ ਵੀ ਪੀਐਮ ਮੋਦੀ ਨੂੰ ਉਹਨਾਂ ਨੇ ਰਿਕੁਐਸਟ ਕੀਤੀ ਹੈ ਕਿ ਪੰਜਾਬ ਦੇ ਲੀਡਰਸ ਨੂੰ, ਪੰਜਾਬ ਦੇ ਫਾਰਮ ਲੀਡਰਸ ਨੂੰ ਉਹਦੇ ਵਿੱਚ ਸ਼ਾਮਿਲ ਕੀਤਾ ਜਾਵੇ। ਦੇਖੋ ਸੀਐਮ ਭਗਵੰਤ ਮਾਨ ਦੀ ਗੱਲ ਬੜੀ ਲੌਜੀਕਲ ਵੀ ਆ। ਦੇਖੋ ਪਹਿਲੀ ਗੱਲ
ਇੱਕ ਇੰਡੀਆ ਦੀ ਸੈਂਟਰਲ ਲੈਵਲ ਦੀ ਜੇ ਕੋਈ ਕਮੇਟੀ ਬਣਦੀ ਆ, ਇਟ ਇਜ਼ ਆਪਾਂ ਨੂੰ ਇਹ ਅਸਿਊਮ ਕਰਨਾ ਹੈ ਕਿ ਉਹ ਸਾਰੇ ਭਾਰਤ ਦੇ ਇੰਟਰਸਟ ਦਾ ਧਿਆਨ ਰੱਖੇਗੀ। ਬਟ ਇੱਕ ਪੰਜਾਬ ਬੇਸਡ ਐਕਸਪਰਟ ਹੋਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਉੱਤੇ ਐਗਰੀਕਲਚਰ ਪ੍ਰੋਡਿਊਸ ਦਾ ਬਹੁਤ ਵੱਡਾ ਬਰਡਨ ਹੈ, ਤੇ ਜੇ ਪੰਜਾਬੀ ਇਨਪੁਟਸ ਤੁਸੀਂ ਲਓਗੇ ਤੁਹਾਡੀ ਪਾਲਿਸੀ ਹਮੇਸ਼ਾ ਡੀਪਰ ਤੇ ਸਟਰੋਂਗਰ ਬਣੇਗੀ। ਆਈ ਡੋਂਟ ਨੋ ਜੇ ਸੈਂਟਰਲ ਗਵਰਨਮੈਂਟ ਨੇ ਆਲਰੇਡੀ ਇਫ ਦੇ ਹੈਵ ਐਕਸਪਰਟਸ ਇਨ ਦੈਟ ਦੇ ਮਾਈਟ ਬੀ ਅੰਡਰਸਟੈਂਡਿੰਗ, ਪਰ ਮੈਨੂੰ ਲੱਗਦਾ ਹੈ ਕਿ ਜਿਹੜਾ ਫਾਰਮਰ ਲੈਵਲ ਦੇ ਉੱਤੇ someone should be there, or someone who understands the community better, और पंजाबी एग्रीकल्चर इकोनॉमी ਨੂੰ ਜੋ ਬੈਟਰ ਸਮਝਦਾ ਹੈ ਉਹ ਬੰਦਾ ਹੋਣਾ ਪੰਜਾਬ ਦੀ ਸਾਈਡ ਤੋਂ। ਦੇਖੋ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਲਈ ਸਿਰਫ ਪੰਜਾਬ 'ਚ ਪੈਦਾ ਹੋਇਆ ਬੰਦਾ ਹੋਣਾ ਜ਼ਰੂਰੀ ਨਹੀਂ ਹੁੰਦਾ, ਪਹਿਲਾਂ ਤਾਂ ਇਹ ਵੇਖ ਲਓ ਜਦੋਂ ਐਸ ਲੌਂਗ ਐਸ ਆਪਾਂ ਇੰਡੀਆ ਦੇ ਵਿੱਚ ਹੈਗੇ ਆ ਜੀ। ਤੇ ਇਹ ਬਿਲਕੁਲ ਇੱਕ ਰੈਸ਼ਨਲ ਥਾਟ ਹੈ ਸੀਐਮ ਭਗਵੰਤ ਮਾਨ ਦਾ ਕਿ ਕੋਈ ਫਿਊਚਰ ਦੇ ਵਿੱਚ ਯੂ ਸ਼ੁੱਡ ਨਾਟ ਮਿਸ ਆਊਟ ਔਨ ਸਮਥਿੰਗ ਜੀ। ਇਨ ਫੈਕਟ ਗਵਰਨਮੈਂਟ ਸ਼ੁੱਡ ਆਸਕ ਨੋਮੀਨੇਸ਼ਨਸ ਫਰਮ ਈਚ ਸਟੇਟ ਜੀ, ਵਾਈ ਓਨਲੀ ਪੰਜਾਬ? ਤੁਸੀਂ ਪੂਰੀ ਸੈਂਟਰਲ ਗਵਰਨਮੈਂਟ ਜੇ ਸਮਾਰਟਲੀ ਐਤਕੀ ਕਰੇ ਤਾਂ ਕਿ ਪਹਿਲੇ ਵਰਗੇ ਇਸ਼ੂ ਨਾ ਆਣ, ਹਰ ਸਟੇਟ ਨੂੰ ਕਹਿ ਦੋ ਕਿ ਜੀ, ਜਾਂ ਕਿਸਾਨ ਯੂਨੀਅਨਸ ਨੂੰ ਵੀ ਕਹਿ ਦੋ ਤੇ ਹਰ ਸਟੇਟ ਨੂੰ ਕਹਿ ਦੋ ਜੀ ਤੁਸੀਂ ਆਪਣੇ ਆਪਣੇ ਇੱਕ ਇੱਕ ਦੋ ਦੋ ਨੋਮੀਨੀ ਭੇਜ ਦਿਓ ਜੀ, ਰਾਈਟ? ਪ੍ਰੀਲਿਮਿਨਰੀ ਡਿਸਕਸ਼ਨਸ ਦਾ ਏਜੰਡਾ ਡਿਫਾਈਨ ਕਰ ਦਿਓ। ਇਹ ਵੀ ਨਾ ਹੋਵੇ ਕਿ ਇਹੋ ਜਿਹੇ ਨੋਮੀਨੇਸ਼ਨਸ ਆ ਜਾਣ ਜਿਹੜੇ ਚੀਜ਼ ਨੂੰ ਅੱਗੇ ਮੂਵ ਨਾ ਹੋਣ ਦੇਣ। ਅੱਜ ਸਭ ਤੋਂ ਵੱਡਾ ਰਿਸਕ ਜੋ ਸਾਡੇ ਕਿਸਾਨਾਂ ਲਈ ਦੱਸਿਆ ਕੀ ਆ, ਰਿਫਾਰਮਸ ਦਾ ਨਾ ਹੋਣਾ ਜੀ। MSP ਵੀ ਮਾਰਕੀਟ 'ਚ ਡਿਸਟੋਰਸ਼ਨ ਕ੍ਰੀਏਟ ਕਰਦਾ ਹੈ। MSP ਨੇ ਬਹੁਤ ਜ਼ਿਆਦਾ ਫਾਇਦੇ ਨਹੀਂ ਦਿੱਤੇ ਕਿਸਾਨਾਂ ਨੂੰ, ਨੁਕਸਾਨ ਜ਼ਿਆਦਾ ਕੀਤੇ ਨੇ ਸਾਡੀਆਂ ਜ਼ਮੀਨਾਂ ਦੇ, ਸਿਹਤ ਦੇ, ਪਾਣੀ ਦੇ, ਕਿਉਂਕਿ ਉਹੋ ਹੀ ਸਰਕਲ ਚੱਲੀ ਜਾਂਦਾ, ਕੋਈ ਡਾਇਵਰਸਿਟੀ ਤੇ ਇਨੋਵੇਸ਼ਨ ਨਹੀਂ ਆਉਂਦੀ ਜੀ। ਤੇ ਮੈਨੂੰ ਇਹ ਲੱਗਦਾ ਕਿ ਇਸ ਵੇਲੇ ਇਹ ਇਨਸ਼ੋਰ ਕਰਨਾ ਕਿ ਬੇਸਡ ਔਨ ਦੀ ਫਿਊਚਰ, ਬੇਸਡ ਔਨ ਨਿਊ ਟੈਕਨੋਲੋਜੀਜ਼, ਨਵੇਂ ਰਿਫਾਰਮਸ ਔਨ, ਇਹ ਸਮਾਂ ਇਨਸ਼ੋਰ ਕਰਨਾ ਜ਼ਿਆਦਾ ਜ਼ਰੂਰੀ ਹੈ ਰਾਦਰ देन कि भाई ਤੁਸੀਂ ਇਹ ਸੋਚੋ कि भाई रिप्रेजेंटेशन किमें हुई है। सर बंगाल में एक एजुकेशन में स्कैम हुआ, जो टीचर भर्ती स्कैम हुआ, उसमें पार्थ जी जो एजुकेशन मिनिस्टर रहे हैं उनका बड़ा रोल आया और उनके कई मित्र शामिल हैं जिनके पास से कैश पकड़ा गया। देखो इट्स अ वेरी सीरियस स्कैम, और एजुकेशन मिनिस्टर की एड के घर से देयर हैज़ बीन 20 करोड़ कैश, गोल्ड एंड एवरीथिंग हैज़ बीन रिकवर्ड, और ही हैज़ बीन अरेस्टेड ऑल्सो। तो ए प्रायोरी एज पर दी एजेंसीज देयर इज इनफ प्रूफ कि इसमें स्कैम हुआ है और करप्शन हुई है, राइट? अब अनफॉर्चुनेट पार्ट ये है कि अगर कोई भी पॉलिटिकल पार्टी हम देख लें, मैं TMC की बात करूँ, स्कैम आफ्टर स्कैम इज कमिंग, एंड ऑन द अदर हैंड शी वांट्स टू ममता बनर्जी वांट्स टू बी द नेक्स्ट फेस हु विल अपोज नरेंद्र मोदी। जब इस तरह के स्कैम आपकी गवर्नमेंट में, और ऑफ कोर्स देखो हम कोई बच्चे तो है नहीं, एवरीवन नोज दैट CM नोज एवरीथिंग। अब जैसे पंजाब की बात हुई थी, राइट? वो कहते जी वो इन्वॉल्व तो नहीं थे पर उनको पता था, बताया था, उन्होंने कुछ किया नहीं, हमने हेड ऑफिस में भी कंप्लेन कर दी। ऐसा होता नहीं है, दिस इज नॉट द ट्रुथ। एक्चुअली देयर इज अ टैसिट अंडरस्टैंडिंग कि भाई आप चुपचाप ये काम कर लो, और जो भी अंडरस्टैंडिंग है वो एक अंडरस्टैंडिंग होती है। उसके बिना कोई भी मिनिस्टर की हिम्मत नहीं है, अगर CM बोले कि करप्शन नहीं होने देनी तो करप्शन नहीं होगी जी, और स्ट्रॉन्ग एक्शन होते हैं। तो ये बड़ा अनफॉर्चुनेट पार्ट है कि जब एजुकेशन में लोग जो पैसे दे के आएंगे वो किस माइंडसेट के आएंगे और वो किस तरह की अगली जनरेशन तैयार करेंगे जी। सबसे बड़ा स्कैम का डेंजर ये है कि जिन्होंने नेक्स्ट जनरेशन क्रिएट करनी है ना, वो लोग ही ऐसे आएंगे, उनका क्या, वो आपको क्या लगता है फिर वो फिर स्कूलों में बैठ के प्रॉपर्टी डीलिंग का ही काम करेंगे, बिल्कुल, या कोई और बिजनेस करेंगे, वो काम थोड़ा करेंगे जी। जो आई सिफारिश से, अब उनकी काबिलियत क्या उनको पढ़ाना आता है कि नहीं आता है? वो खुद ही, कितनी बार ऐसी वीडियोस आती हैं, टीचरों से सवाल पूछे जाते हैं, बेसिक स्पेलिंग नहीं आते उनको, और वो इंग्लिश के टीचर होते हैं, हिंदी के या पंजाबी के, जो भी, हम कई बार ये चीजें देखते आए हैं कि टीचर में खुद ही कॉम्पिटेंस नहीं है। तो टीचिंग एक ऐसा फील्ड है जिसमें कोई कॉम्प्रोमाइज नहीं होना चाहिए। टीचिंग, और मैं इंडियन सिक्योरिटी फोर्सेस की बात करूं, नो कॉम्प्रोमाइज। यहाँ पे अगर आपने 1% क्वालिटी भी में भी कॉम्प्रोमाइज कर लिया तो आपकी अगली जनरेशन की क्वालिटी इफेक्टेड हो जाएगी। तो मेरे को ये लगता है कि इस स्कैंडल पे स्ट्रॉन्ग एक्शन होना चाहिए, और गवर्नमेंट को मेरी ये सजेशन है कि एक टीचर्स का कंपिटेंसी टेस्ट रखना चाहिए हर 1 साल बाद या हर 3 साल बाद, कि क्या टीचर कंपिटेंट है, लेटेस्ट टेक्नोलॉजीज जानता है, उनकी पर्सनैलिटी प्रोफाइल सब कुछ, और उसके बेसिस पे ही आप टीचिंग में कंटिन्यू करिए। और पे स्केल्स जो टीचर के होने चाहिए वो बेस्ट होने चाहिए, ताकि बेस्ट टैलेंट्स टीचिंग में आ पाए। बिल्कुल, ताकि एजुकेशन ने ही अगली पीढ़ी को भारत के लिए तैयार करना है, तो वो अच्छे से तैयार हो पाए। तो CBSE का रिजल्ट भी आया सर कल, और कई बच्चों ने सवाल उठाया है कि हमारा जो रेशो है
जो वेटेज है उसको बदला जाना चाहिए, वो 30-70 की बजाय 50-50 का होना चाहिए। देखो इसमें ना ये जजमेंट कॉल है। मैं सीबीएसई के 30-70 के वेटेज को, देखो कुछ लोगों को हर चीज से ऑब्जेक्शन होगी, पर मेजॉरिटी स्टूडेंट्स आर ओके विद इट। अब मैं उसका रीजन बताता हूँ। जब फर्स्ट टर्म का पेपर होता है उसमें आपने सिर्फ सिलेबस ही कम किया होता है, सेकंड टर्म तक आप 70% कर लेते हो, तो वो आपका बेटर मेजर है कि भाई आपने ओवरऑल सिलेबस में आपकी अंडरस्टैंडिंग क्या है, तो उसकी वेटेज ज्यादा होना बड़ा नेचुरल है, लॉजिकल है, इट मेक्स मोर सेंस, इट विल गिव अ मोर एक्यूरेट पिक्चर कि भाई आप ओवरऑल सिलेबस में कहां पे थे। तो ये मेरे को लगता है कि दिस इज एवरीवन विल हैव, किसी के मार्क्स सेकंड टर्म में कम आए होंगे, उनको लगता होगा 50% करने से ज्यादा हो जाएगा, और ट्विटर सबको आवाज दे ही देता है और हम कंट्रोवर्सीज ढूंढ रहे हैं जी। सो देयर इज नथिंग टू इट, आप 50-50 कर दो, ज्यादा लोग बोलेंगे नहीं वो ठीक था, बिल्कुल है ना। तो 100% आप किसी को खुश कर नहीं सकते, ठीक है ना। सर दुनिया की अगर बात करें तो रशिया यूक्रेन की जंग, उसमें काफ़ी चर्चा होती आई अब तक। अब ग्लोबल फूड क्राइसिस जो उस जंग की वजह से हुआ है, उसको ख़त्म करने के लिए, उसको रिलीफ देने के लिए रशिया और यूक्रेन ने एक डील साइन की है। यूक्रेन रशिया क्राइसिस इज अ वेरी अनफॉर्चुनेट इंसिडेंट, और बेसिकली अब जो हो रहा है इसके कारण एक ग्लोबल फूड क्राइसिस पैदा हो गए थे, बिकॉज यूक्रेन इज नोन एज द ब्रेड बास्केट ऑफ यूरोप एंड सिमिलरली रशिया ऑल्सो प्रोड्यूसेस लॉट ऑफ व्हीट। अब ब्लैक सी जहां से रशियन वॉरशिप्स ने पूरे पोर्ट को घेरा हुआ था, और वहां से काफी अनाज वहां पे स्टोर्ड था जो जनरली एक्सपोर्ट होता था, और वो सारा एक्सपोर्ट रुका हुआ था। अब अफ्रीका में हमने लास्ट टाइम भी कवर किया था, और काफ़ी कंट्रीज़ में एक तो इन्फ्लेशन, फूड इन्फ्लेशन बहुत बढ़ गई है, स्पेशली इन गरीब कंट्रीज़ में, और वहाँ पे तो फूड की सप्लाई, मतलब लाखों लोगों के भूखे मरने की नौबत आ गई है समहाउ बिकॉज ऑफ द इंटरवेंशन ऑफ यूनाइटेड नेशन। खैर कुछ एक छोटा मोटा रोल तो उन्होंने प्ले किया, और टर्किश प्रेसिडेंट की इंटरवेंशन की वजह से दे हैव साइंड अ डील, दे साइंड इट सेपरेटली, तो जिसमें रशियन वॉरशिप्स विल अलाउ मूवमेंट ऑफ ग्रेन्स, और इससे कुछ रेवेन्यू जनरेट होगा फॉर यूक्रेन के लिए भी और रशिया के लिए भी, और कुछ लेवल तक फूड इन्फ्लेशन और अवेलेबिलिटी ऑफ फूड ग्रेन्स, महंगाई से भी ज्यादा जरूरी है कि गरीब भूखे लोगों तक एटलीस्ट खाना पहुंचे तो सही। सो दैट विल चेंज, एंड आई होप कि कोई भी इसके अंदर, कोई भी कंट्री should not play any mischief with this. Ukraine should not try to do anything which is under the radar कि भाई through these shipments वो कुछ और करने की कोशिश करें, और Russia should also be very very true to its words कि जो भी food related ships हैं उनको जाने दिया जाएगा। तो ये एक पॉजिटिव रे ऑफ होप है, जो लाखों लोग जो आज की डेट में भूखे सो रहे हैं उनके लिए एक रे ऑफ होप है। आई होप, क्योंकि देखिए आज डील साइन हुई है, इसका मतलब ये नहीं कि आज ही वो सामान भूखों तक पहुंच जाएगा, अब इसकी डिलीवरी का एक टाइम है, एक लीड पीरियड है। इन द मीन टाइम उसको कैसे मैनेज करना है, ये भी बड़ा क्रिटिकल पार्ट है। कई बार हम सोच लेते हैं डील साइन हो गई तो कल से लोगों तक पहुंच गई, नहीं, लॉजिस्टिक्स, डिस्ट्रीब्यूशन ग्लोबली एक चैलेंज बना हुआ है। तो आई होप कि स्मार्टर तरीके से, बेस्ट तरीके से ये खाना किसी ना किसी तरीके से, चाहे एयरलिफ्ट करवाना पड़े, उन लोगों तक पहुंचे। उम्मीद की एक किरण जगी है कि हो सकता है कि इसी उम्मीद के साथ जंग भी खत्म हो जाए। आई होप सो जी। सर ऋषि सुनक जो इंडियन मूल के मंत्री रहे हैं यूके में, और हो सकता है कि वो प्राइम मिनिस्टर बन जाएं, आखिरी दौर में चल रहे हैं। देखो फाइनली ही इज अमंग्स द टॉप 2 कंटेंडर्स। व्हाट विल हैपन नाउ, देयर विल बी सीरीज ऑफ डिबेट्स। देखो ये सिचुएशन बड़ी फ्लूइड होती है। अभी जो लेटेस्ट सर्वे हुए हैं, ही इज स्लाइटली बिहाइंड द कंटेंडर। हालांकि पिछले सर्वे में पार्लियामेंटेरियन वोट में वो नंबर 1 आए हैं, पर अब होगा क्या कि कंजर्वेटिव पार्टी के जो रफली 2-2.5 लाख मेंबर्स हैं वो सारे वोट करेंगे। नाउ अ मेंबर पार्लियामेंट एंड कंजर्वेटिव पार्टी मेंबर माइट हैव स्लाइटली डिफरेंट माइंडसेट एंड अप्रोच, क्योंकि जो एमपी है दैट पर्सन विल अंडरस्टैंड बेटर द कैपेबिलिटीज ऑफ दैट पर्सन, राइट, उसके एक्यूमेन, हाउ, उनकी ये सारी चीजें वो बेटर समझेंगे। तो शायद इसलिए उन्होंने ऋषि सुनक के फेवर में फोन किया, बिकॉज ही सीम्स लाइक, मैं डिबेट्स में जो मैंने भी देखा, ही सीम्स लाइक अ मोर कॉम्पिटेंट, बेटर अंडरस्टैंडिंग ऑफ इकोनॉमी, राइट, बेटर अंडरस्टैंडिंग ऑफ फॉरेन पॉलिसीज, वो ऐसे आए नजर। पर अब जो अगली वोट होनी है वो होनी है कंजर्वेटिव पार्टी मेंबर्स के साथ, who have a certain ideology, but they might not have that deep an understanding of कि इन दोनों कैंडिडेट्स में कौन ज्यादा कैपेबल है। So it will become more of a popularity। अब सीरीज ऑफ डिबेट होंगे टिल सितंबर। अब उस डिबेट में जो पब्लिक ओपिनियन जिसके फेवर में जाएगा तो एक फाइनल वोट आएगी। एंड वी ऑल, सिंस ही इज नॉट जस्ट बिकॉज ही इज अ पर्सन ऑफ इंडियन ओरिजिन,
एनीवन हु इज मोर कॉम्पिटेंट, बिकॉज ये यूके के भविष्य का सवाल है, दैट पर्सन शुड कम। और इंडिया और जो यूके के रिलेशन है, दे आर नॉट डिपेंडेंट ऑन हु इज द प्राइम मिनिस्टर। वो आपकी जो जियोपॉलिटिकल जो आपके इंटरेस्ट है उसके बेसिस पे होता है जी। ऋषि सुनक के आने से अगर हम लोग ये सोचते हैं कि रिलेशंस बहुत डीप हो जाएंगे या अलग हो जाएंगे, इसको चेंज होने की पॉसिबिलिटी बहुत कम है, क्योंकि एट द एंड ऑफ द डे ऋषि सुनक ने भी डिसीजन लेने हैं अपनी कंट्री के बिहाफ पे जी। ही इज अ ब्रिटिश, right? He is not an Indian. He is a person of Indian origin. He is a practicing Hindu. He is proud of that. But at the end of the day वो बेस्ट डिसीजन लेंगे जो उनकी कंट्री के लिए अच्छे हैं, क्योंकि उन्होंने वहीं का वोट बैंक में दोबारा जीतना है, राइट? और ऑफ कोर्स कई बार जब आप अगर कंट्रीज ऑलरेडी दे आर गेटिंग क्लोजर, अभी कल एक डील हुई है इंडिया में के अंदर और ब्रिटेन के अंदर, अब डिग्रीज की जो क्वालिफिकेशन है वो अब मानी जाएगी। अगर आपके पास ब्रिटिश डिग्री है तो वो इंडिया में रिकॉग्नाइज हो गई है, अगर आपके पास इंडियन डिग्री है तो ब्रिटेन में रिकॉग्नाइज। ये कल की एक नई डेवलपमेंट है जी। आगे डीपली और आगे अगर अगर ऋषि सुनक का एक अगर बेटर रिलेशन बन पाए प्राइम मिनिस्टर नरेंद्र मोदी के साथ, तो ये रिलेशन और डीप हो सकते हैं, फ्री ट्रेड एग्रीमेंट्स और बेटर साइन हो सकते हैं, एंड इट विल बी गुड फॉर एवरीवन। मैं अगेन इसमें बात लेके आता हूं कि लॉट ऑफ पंजाबी डायस्पोरा इज बेस्ड आउट ऑफ यूके, सो दिस कुड बी अ ग्रेट अपॉर्चुनिटीज फॉर पीपल ऑफ पंजाब आल्सो। जी, शुक्रिया सर। इस तरह की जरूरी जानकारी और करंट अफेयर्स लेके आते रहेंगे। देखते रहिए इनसाइट्स विद विशाल सूद।